सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत। मैं अमृत विरदी। बुलेटिन की शुरुआत करते हैं खेती कानूनों ते मचे घमसान दे नाल। खेती कानूनों ते सरकार ते किसानां दे विचाले रेड़का जारी है, पर इस रेड़के दे विचाले हुण किसानां ने ट्रैक्टर परेड दीआं तैयारियां खिच दित्तियां ने। 26 जनवरी दी परेड लई रूट लगभग तय हो चुका है। किसान दिल्ली दे अंदर परेड कड्ढण जा रहे ने। किसानां मुताबिक 5 वख-वख रूटां ते परेड दे लई सहमति बनी है। हालांकि फाइनल रूट अज जारी किया जाना है। दिल्ली पुलिस कह रही है कि रूट नूं लैके किसानां दे नाल गलबात आखिरी गेड़ दे विच है। उधर ट्रैक्टर परेड दे लई पंजाब तो लैके दिल्ली तक तैयारियां जोरां ते ने। पंजाब तो लगातार काफिले दिल्ली वाल रवाना हो रहे ने। किसानां दा दावा है कि लखां दी गिणती च ट्रैक्टर परेड दा हिस्सा बनणगे। परेड नूं देखदिआं प्रशासन वल्लों दिल्ली दे बॉर्डरां दी सुरक्षा भी वधा दित्ती गई है। किसानां वल्लों अपने पद्धर ते भी सुरक्षा दे इंतजाम किए जा रहे हैं। दिल्ली दे बॉर्डरां ते सीसीटीवी कैमरे लगाए गए ने। इस विचाले सरकार ते किसानां विचाले फिर तो डेडलॉक वर्गी स्थिति बन गई है, क्योंकि कानूनां ते रोक दा प्रस्ताव किसान खारिज कर चुके ने। फिलहाल सरकार कोई नवा प्रस्ताव देण दे मूड विच नहीं है। सरकार दा कहना है कि उन्हां दे कोल इस तो बेहतर कोई प्रपोजल नहीं है। किसान इसे प्रपोजल ते मुड़ विचार करके अपना सरकार जवाब नूं दे देण। उधर दस दईए कि सरकार ते किसानां विचाले गलबात दी अगली तारीख भी अजे तय नहीं हुई है। किसान कह रहे हैं कि यह प्रपोजल सानू मंजूर नहीं है। सरकार कह रही है कि साडे कोल इस तो वध कोई वधिया प्रपोजल नहीं है। तां इस सब दे विचाले हुण गलबात किस तरह होवेगी, यह वड्डा सवाल बनिया होया है। देख रहे हैं कि अज 24 तरीक होगी और काफ़ी दिन विचकार और जिवें कल भी देख रहे थे पंजाब भर तो हरियाणे तो पंजाब तो बड़ी गिनती में ट्रैक्टर आ रहे हैं। देखो ये तो जिद्दां असीं ऐलान किया 2 तरीक ਨੂੰ ਉਦੋਂ ਹੀ ਸਾਨੂੰ ਪਤਾ ਸੀਗਾ ਵੀ ਜਿਹੜੀ ਇਹ ਟਰੈਕਟਰ ਪਰੇਡ ਆ ਇਹ ਪੂਰੇ ਭਾਰਤ ਦੇ ਵਿੱਚ ਹੀ ਹੋਊਗੀ, ਕਦੇ ਦਿੱਲੀ ਦੇ ਵਿੱਚ ਨਹੀਂ। ਹੁਣ ਤੁਸੀਂ ਇਹ ਦੇਖ ਲਓ ਵੀ ਇਹ ਪਰਸੋਂ ਤੋਂ ਚੱਲੀ ਹੋਈ ਆ ਪਰੇਡ। ਵੱਡੀਆਂ ਸੜਕਾਂ ਜਿਹੜੀਆਂ ਭਰੀਆਂ ਹੋਈਆਂ ਪਾਣੀਆਂ ਜਾਮ ਲੱਗੇ ਹੋਏ ਆ ਤੇ ਇਹਨਾਂ ਨੇ 25 ਤਰੀਕ ਤੱਕ ਐਵੇਂ ਜਿਵੇਂ ਹੋਏ ਹੋਣਾ। ਦਿੱਲੀ ਤਾਂ ਸਾਰੀ ਜਾਮ ਹੋਣੀ ਆ, ਨਾਲ ਮਤਲਬ ਹਰਿਆਣੇ ਦੇ ਬਾਰਡਰਾਂ ਤੱਕ ਜਿਹੜੇ ਇਹ ਟਰੈਕਟਰ ਲੰਬੀਆਂ ਇਹਨਾਂ ਦੀਆਂ ਲਾਈਨਾਂ ਲੱਗਣਗੀਆਂ। ਜਿੱਥੋਂ ਤੱਕ ਰੱਟਾ ਹੁਣ ਤੱਕ ਪੁਲਿਸ ਨਾਲ ਚੱਲਦਾ ਰਿਹਾ, ਬੇਸ਼ੱਕ ਸਰਕਾਰ ਦੇ ਨਾਲ ਗੱਲਬਾਤ ਟੁੱਟ ਗਈ ਹੈ ਇੱਕ ਵਾਰ ਤਿੰਨਾਂ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਤੇ ਚੌਥਾ MSP ਨੂੰ ਲੈ ਕੇ, ਪਰ ਪੁਲਿਸ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਚਾਹੁੰਦੇ ਸੀ ਕਿ ਦਿੱਲੀ ਦੇ ਵਿੱਚ ਜਾਣਾ ਅਸੀਂ, ਤੇ ਪੁਲਿਸ ਕਹਿੰਦੀ ਸੀ ਵੀ ਕਿਸੇ ਹਾਲਤ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਨਹੀਂ ਵੜਨ ਦੇਣਾ। ਤੇ ਅੱਜ ਇਹ ਇੱਕ ਅਸੀਂ ਸਮਝਦੇ ਹਾਂ ਕਿ ਵੱਡੀ ਪ੍ਰਾਪਤੀ ਹੈ ਕਿ ਅਸੀਂ ਬੈਰੀਗੇਡ ਖੁੱਲ੍ਹਣਗੇ, ਬੈਰੀਗੇਡ ਖੁੱਲ੍ਹ ਕੇ ਅਸੀਂ ਦਿੱਲੀ ਦੇ ਅੰਦਰ ਦਾਖਲ ਹੋਵਾਂਗੇ ਤੇ ਪੰਜਾਂ ਪਾਸਿਆਂ ਤੋਂ ਮਤਲਬ ਜਿਹੜਾ ਮਾਰਚ ਹੈ ਦਿੱਲੀ ਨੂੰ ਤੁਰਨਗੇ। ਤੇ ਇੱਕ ਇਤਿਹਾਸਕ ਮਤਲਬ ਜਿਹੜੀ ਪਰੇਡ ਹੈ 26 ਜਨਵਰੀ ਨੂੰ ਪਹਿਲਾਂ ਨਾ ਕਦੇ ਅੱਜ ਤੱਕ ਹੋਈ ਹੈ ਤੇ ਸ਼ਾਇਦ ਹੋਵੇ ਵੀ ਨਾ। ਇਤਿਹਾਸ ਦੇ ਵਿੱਚ ਨਵਾਂ ਹੀ ਇੱਕ ਨਾਂ ਲਿਖਿਆ ਜਾਊਗਾ ਮਤਲਬ, ਤੇ ਬਹੁਤ ਵੱਡੀ ਪਰੇਡ। ਤੁਸੀਂ ਗੱਲ ਕੀਤਾ ਕਿ ਇਤਿਹਾਸ ਲਿਖਿਆ ਜਾਊਗਾ 26 ਤਰੀਕ ਨੂੰ ਪਹਿਲੀ ਵਾਰ ਹੋਊਗਾ ਜਦੋਂ ਪਰੇਡ ਦੇ ਟਰੈਕਟਰ ਸ਼ਾਮਲ ਹੋਣਗੇ। ਤਾਂ ਤੁਸੀਂ ਦੱਸਿਆ ਕਿ ਦਿੱਲੀ ਦੇ ਵਿੱਚ ਜਿਸ ਤਰੀਕੇ ਨਾਲ ਐਂਟਰ ਹੋਣਗੇ ਟਰੈਕਟਰ, ਤਾਂ ਜਿਸ ਤਰੀਕੇ ਦੇ ਨਾਲ ਟਰੈਕਟਰ ਇੱਥੇ ਪਹੁੰਚ ਰਹੇ ਨੇ ਤਾਂ ਕੀ ਲੱਗ ਰਿਹਾ ਕਿ ਸਾਰੇ ਟਰੈਕਟਰ ਉਸ ਪਰੇਡ ਦਾ ਹਿੱਸਾ ਬਣ ਪਾਉਣਗੇ? ਦੇਖੋ ਨਹੀਂ, ਸਾਰੇ ਨਹੀਂ ਬਣ ਪਾਉਣਗੇ। ਇਹ ਅਸੀਂ ਕੱਲ੍ਹ ਮੀਟਿੰਗ ਕਰੀ ਸੀ, ਉਹਦੇ ਵਿੱਚ ਸਾਰਾ ਅਸੀਂ ਜਾਇਜ਼ਾ ਲਿਆ। ਅਸੀਂ 5-6 ਵਜੇ ਤੱਕ ਟਰੈਕਟਰ ਭਰਾਂਗੇ। 5-6 ਤੋਂ ਬਾਅਦ ਸ਼ਾਇਦ ਰਾਤ ਨੂੰ ਨਾ ਜਾਣ, ਫਿਰ ਸ਼ਾਇਦ ਇਹ ਰੁਕਣੇ ਪੈਣ। ਤੇ ਜੇ ਜਿੱਦ ਕਰੀ ਮਤਲਬ ਜਿੰਨੀ ਤਿਆਰੀ ਦੇ ਵਿੱਚ ਲੋਕ ਆ ਰਹੇ ਆ, ਫਿਰ ਇਹ ਸਾਰੀ ਰਾਤ ਵੀ ਚੱਲਦਾ ਰਹੂਗਾ। ਇੱਕ ਚੱਕਰ ਬਣਨਾ ਮਤਲਬ 5 ਥਾਵਾਂ ਤੋਂ ਇੱਕ ਪਾਸੋਂ ਜਾਣਗੇ ਤੇ ਦੂਸਰੇ ਪਾਸੇ ਇਹ ਰਾਤ ਭਰ ਵੀ ਚੱਲਦਾ ਰਹੇ। ਤਾਂ ਕਿਸਾਨ ਕਹਿ ਰਹੇ ਨੇ ਕਿ ਜੋ ਕਾਫਿਲੇ ਨੇ ਉਹ ਇਸ ਕਦਰ ਵੱਡੇ ਨੇ ਕਿ ਹੋ ਸਕਦਾ ਹੈ ਕਿ ਸਾਨੂੰ ਹੀ ਰਸਤੇ ਦੇ ਵਿੱਚ ਕਿਸਾਨਾਂ ਨੂੰ ਕਹਿਣਾ ਪੈ ਜਾਵੇ ਕਿ ਰੁਕ ਜਾਓ, ਪਰ ਜੇਕਰ ਕਿਸਾਨ ਨਹੀਂ ਰੁਕਣਗੇ ਤਾਂ ਹੋ ਸਕਦਾ ਹੈ ਕਿ ਸਾਰੀ ਰਾਤ ਵੀ ਇਹ ਟਰੈਕਟਰ ਪਰੇਡ ਇਸੇ ਤਰ੍ਹਾਂ ਚੱਲਦੀ ਰਹੇ। ਉਧਰ ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਸੰਵਿਧਾਨਿਕ ਅਧਿਕਾਰ ਹੈ ਤੇ ਟਰੈਕਟਰ ਪਰੇਡ ਦੇ ਲਈ ਦਿੱਲੀ ਪੁਲਿਸ ਤੋਂ ਇਜਾਜ਼ਤ ਮਿਲਣਾ किसानों की बड़ी जित है। मैं इसको पहलकदमी अच्छी मानूंगा कि सरकार ने अच्छी पहलकदमी की है और ये देना भी चाहिए था। ये उनका संवैधानिक राइट है। ये कोई ज़्यादा तो नहीं दे रहे, लेकिन अड़ियल रवैये से थोड़ा बाहर आए हैं तो अच्छा लगा है, तो अच्छी पहलकदमी है। अब एक किसान का जो किसान के नौजवान हैं जो इतनी सर्दी में बैठे हुए हैं, उनकी भी एक बहुत बड़ी जीत माना जा सकता है कि ये भी वो एक बड़ा फैसला जो सरकार ने उनके हक में दिया है। ये पुलिस हो चाहे कुछ भी हो, लेकिन ये सरकार की मंशा के बाहर नहीं होता, क्योंकि दिल्ली पुलिस तो बिल्कुल डायरेक्टली होम के अंडर आती है, सेंट्रल गवर्नमेंट के। तो ये एक मान सकते हैं कि जो किसान जथेबंदियों की है, जो उनका शांतमय रोष प्रदर्शन था, उसकी एक जीत है और सरकार को
ये एक शुभ संकेत है कि जो एमिकेबली दिल्ली पुलिस और किसानों के बीच 26 की परेड को लेके फैसला हो गया। मेरी दोनों इन धिरों के साथ अपील है मेरी कि आप संयम बरतें और किसान जैसे पहले आंदोलन बड़ा उन्होंने शांतमयी रखा है, बड़ा डिसिप्लिन रखा, अनुशासनबद्धता के साथ उन्होंने अपने 2 महीने से ये आंदोलन करे हैं। 26 की परेड भी एक बिल्कुल डिसिप्लिन हो और किसी तरह क्या कोई पीसफुल हो, किसी तरह की कोई हिंसा की गुंजाइश ना रहने दे। तो हुण गल करदे हां बठिंडा दी, जिथे चोण कमिशन दी वड्डी लापरवाही सामने आई है। इत्थे एक ही पते ते 85 लोकां दी वोट बना दित्ती गई। जी हां, 85 लोगों की वोट एक ही घर के पते ते बना दी गई। बठिंडा दे विच चोण कमिशन की वड्डी लापरवाही सामने आने तो बाद हर कोई हैरान भी है तो सवाल भी खड़े हो रहे हैं। विरोधी पार्टियां ने भी सवाल चुकने शुरू कर दिते हैं। आम आदमी पार्टी ने चोण कमिश्नर के कोल बकायदा इसकी शिकायत की है। दस दईए कि 14 फरवरी को स्थानक चोणों के लिए वोटिंग होनी है तो 17 फरवरी को इसके नतीजे आने ने। उस तो पहला हुण जदों जिन्हां लोगों की वोट नहीं बनी हुई वो लोग भी अपना जो वोटर ID बना रहे हैं, पर इस दौरान चोण कमिशन की वड्डी लापरवाही सामने आई है। एक ही पते ते 85 लोगों की वोट बना दी गई है। रस्ते के तौर पर सवाल खड़े होना लाजमी है कि आखिरकार एक ही पते ते 85 लोगों की वोट किस तरह बना दी गई। तो ये वड्डी धांधली जो सामने आई है, उस तो बाद विरोधियों के वलों भी सवाल चुके जा रहे हैं। आम आदमी पार्टी ने चोण कमिश्नर के नाल बकायदा मुलाकात भी की है। ਧਾਂਦਲੀ ਹੈ ਜੀ। ਦੇਖੋ ਇਹ ਤਾਂ ਸਾਡੀ ਜਿਹੜੀ ਨੌਲੇਜ ਦੇ ਵਿੱਚ ਆ ਗਈ ਗੱਲ, ਸਾਨੂੰ ਪਤਾ ਲੱਗ ਗਿਆ। ਜਿਹੜਾ 22856 ਨੰਬਰ ਮਕਾਨ ਨੰਬਰ ਆ ਪ੍ਰੀਤ ਨਗਰ ਦੇ ਵਿੱਚ ਜਿਹੜਾ ਵਾਰਡ ਨੰਬਰ 10 ਹੈ। ਔਰ ਮੈਂ ਇਹ ਗੱਲ ਸਾਫ਼ ਕਰ ਦੇਣੀ ਚਾਹੁੰਦਾ ਕਿ ਪਹਿਲਾਂ ਵੀ ਉੱਥੋਂ ਜਿਹੜਾ MC ਰਾਜੂ ਸਰਾ ਅਕਾਲੀ ਦਲ ਵੱਲੋਂ ਲਿਆ ਸੀਗਾ। ਇਸ ਵਾਰ ਜੋ ਰਾਜੂ MC ਜਿਹੜਾ ਹੈਗਾ ਉਹ ਕਾਂਗਰਸ ਵੱਲੋਂ ਕੈਂਡੀਡੇਟ ਆ ਉੱਥੇ। ਔਰ ਜੇ ਮੈਂ ਇਸ ਗੱਲ ਨੂੰ ਦੇਖਾ ਤਾਂ ਸਭ ਤੋਂ ਵੱਡੀਆਂ ਜਿਹੜੀਆਂ ਧਾਂਦਲੀਆਂ ਉਹ ਵਾਰਡ ਨੰਬਰ 10 ਦੇ ਵਿੱਚ ਪਹਿਲਾਂ ਵੀ ਸਾਹਮਣੇ ਆਈਆਂ ਔਰ ਹੁਣ ਫੇਰ ਆ ਰਹੀਆਂ। ਵਾਰਡ ਨੰਬਰ 10 ਹੀ ਨਹੀਂ, ਜੇ ਆਪਾਂ ਗੱਲ ਕਰੀਏ ਓਵਰਆਲ ਬਠਿੰਡਾ ਦੀ ਤਾਂ ਇੱਥੇ 50 ਵਾਰਡ ਹੈ। ਜੇਕਰ ਇਹਦੀ ਪ੍ਰੋਪਰ ਤੌਰ ਤੇ ਕੋਈ ਇਹਦੀ ਇਨਕੁਆਇਰੀ ਕੀਤੀ ਜਾਵੇ, ਕੋਈ ਸੈੱਟ ਬੈਠ ਕੇ ਦੇਖੋ। ਇਲੈਕਸ਼ਨ ਕਮਿਸ਼ਨ ਨੇ ਜੋ ਡੇਟ ਅਨਾਉਂਸ ਕਰਤੀ ਹੈ ਇਲੈਕਸ਼ਨ ਦੀ, ਔਰ ਉਸ ਤਰ੍ਹਾਂ ਨਾਲ ਅਸੀਂ ਇਲੈਕਸ਼ਨ ਲੜਦੇ ਆਮ ਆਦਮੀ ਪਾਰਟੀ ਬਿਲਕੁਲ ਤਰ ਤਿਆਰ ਆ। ਪਰ ਜਿਹੜਾ ਅਸੀਂ ਪਹਿਲਾਂ ਵੀ ਰੌਲਾ ਪਾਉਂਦੇ ਰਹੇ ਹਾਂ ਕਿ ਬਹੁਤ ਵੱਡੀਆਂ ਧਾਂਦਲੀਆਂ। ਦੇਖੋ ਇੱਕ ਮਕਾਨ ਦੇ ਵਿੱਚ 58 ਵੋਟਾਂ ਬਣਾ ਦੇਣੀਆਂ ਔਰ ਉਹਨੂੰ ਪਹਿਲਾਂ ਨੰਬਰ ਉੱਦਾਂ ਲਾ ਦੇਣਾ, ਬਾਅਦ ਵਟਿਆਂ ਵਿੱਚ ਕਰਕੇ 1 2 3 4 ਕਰਕੇ 58 ਵੋਟਾਂ ਦੇ ਬਣੇ, ਜਦੋਂ ਕਿ ਉਸ ਮਕਾਨ ਦੇ ਵਿੱਚ ਸਿਰਫ 4 ਮੈਂਬਰ ਰਹਿੰਦੇ ਆ ਔਰ ਬੜਾ ਛੋਟਾ ਜਿਹਾ ਮਕਾਨ ਆ ਉਹ, ਔਰ 58 ਵੋਟਾਂ ਉੱਥੇ ਬਣੀਆਂ ਹੋਈਆਂ। ਇਹ ਤਾਂ ਸਾਡੀ ਗੱਲ ਨੌਲੇਜ 'ਚ ਆ ਗਈ ਜਾਂ ਇਲੈਕਸ਼ਨ ਜਿਹੜਾ ਸਾਡੇ ਕਮਿਸ਼ਨ ਦੇ ਆਫੀਸਰ ਉਹਨਾਂ ਨੌਲੇਜ 'ਚ ਆ ਗਈ। ਪਰ ਇਸ ਤੋਂ ਹਟ ਕੇ ਵੀ ਜੇਕਰ ਅਸੀਂ ਸਾਰੇ ਵਾਰਡ ਦਾ ਕਿਤੇ ਇਨਕੁਆਇਰੀ ਕਰਵਾਈਏ ਨਾ, ਤਾਂ ਮੇਰਾ ਖਿਆਲ ਇੱਥੇ ਹਜ਼ਾਰਾਂ ਵੋਟਾਂ ਜਿਹੜੇ ਕਿ ਲੋਕ ਇੱਥੇ ਰਹਿੰਦੇ ਨਹੀਂ, ਜਿਹੜੇ ਲੋਕ ਜਾਂ ਵਿਚਾਰੇ ਮਰ ਚੁੱਕੇ ਆ, ਜਾਂ ਜਿਹੜੇ ਲੋਕਾਂ ਦੀ ਕੋਈ ਇੱਥੇ ਰਿਹਾਇਸ਼ ਹੀ ਹੈ ਨਹੀਂ ਸੀਗੀ, ਉਹਨਾਂ ਦਾ। तो सिद्धा रुख करते हैं सूरज पान साडे सहयोगी बठिंडा तो जुड़े ने। हालांकि सूरज जो वोटिंग के दिन नेड़े आउंदे ने ते अजिहियां धांधलियां सामने आउंदियां रहिंदियां ने, पर एक ही परिवार दे एक ही घर दे पते ते 85 वोटां बना देना अपने आप दे विच सवाल खड़े कर रहा है। तो पहलां तो ये जानना चाहांगे कि जिस पते ते वोटां बणियां ने असल दे विच उस परिवार दे विच किन्ने मैंबर ने? देखो 22856 नंबर ਜਿਹੜਾ ਮਕਾਨ ਹੈ ਇਹ ਕਾਫੀ ਦਿਨਾਂ ਤੋਂ ਚਰਚਾ ਦੇ ਵਿੱਚ ਹੈ। ਚਰਚਾ ਦੇ ਵਿੱਚ ਇਸ ਕਰਕੇ ਕਿ ਇਸ ਘਰ ਦੇ ਵਿੱਚ ਸਿਰਫ 4 ਲੋਕ ਰਹਿੰਦੇ ਨੇ ਔਰ 4 ਲੋਕਾਂ ਦੀ ਵੋਟ ਇਸ ਪਤੇ ਤੇ ਬਣੀ ਹੋਈ ਹੈ। ਪਰ ਇਸ ਦੇ ਨਾਲ ਚਕਾਉਣ ਵਾਲੇ ਨਤੀਜੇ ਇਹ ਆਏ ਨੇ ਕਿ ਜਦੋਂ ਵੋਟਰ ਸੂਚੀ ਜਿਹੜੀ ਨਵੀਂ ਆਈ ਹੈ ਇਸ ਦੇ ਵਿੱਚ ਚਕਾਉਣ ਵਾਲੇ ਖੁਲਾਸੇ ਹੋਏ ਨੇ। ਸਿਰਫ 4 ਲੋਕਾਂ ਦੀ ਵੋਟ ਰਜਿਸਟਰਡ ਨਹੀਂ, ਇਸ ਦੇ ਵਿੱਚ 85 ਲੋਕਾਂ ਦੇ ਨਾਂ ਸ਼ਾਮਲ ਨੇ, ਕਿਉਂਕਿ ਇਸ ਮਕਾਨ ਨੰਬਰ ਦਾ ਨਾਂ ਪਾ ਕੇ ਉਸ ਤੋਂ ਬਾਅਦ ਵਟਾ 1 ਵਟਾ 2 ਤੋਂ ਲੈ ਕੇ 17 ਤੱਕ ਵਟੇ ਲਾ ਕੇ ਇਹਨਾਂ ਦੇ ਅਲੱਗ-ਅਲੱਗ ਲੋਕਾਂ ਦੀ ਵੋਟ ਹੈ ਜਿਹੜੀ ਇਸੇ ਘਰ ਨੰਬਰ ਦੇ ਉੱਪਰ ਬਣੀ ਹੋਈ ਆ। ਹਾਲਾਂਕਿ DC ਇਸ ਗੱਲ ਤੋਂ ਅਣਜਾਣ ਨਜ਼ਰ ਆ ਰਿਹਾ, ਕਹਿ ਰਿਹਾ ਕਿ ਤੁਸੀਂ ਇਹ ਮਾਮਲਾ ਸਾਡੇ ਧਿਆਨ ਦੇ ਵਿੱਚ ਲਿਆਂਦਾ ਔਰ ਅਸੀਂ ਇਸ ਮਾਮਲੇ ਦੀ ਐਕਸ਼ਨ ਟੇਕਰ ਰਿਪੋਰਟ ਹੈ ਜਿਹੜੀ SDM ਤੋਂ ਤਲਬ ਕਰਾਂਗੇ। ਹਾਲਾਂਕਿ ਕੱਲ ਦਾ ਸਮਾਂ ਉਸ ਨੂੰ ਵੀ ਹੈਗਾ ਕਿ ਸੋਮਵਾਰ ਨੂੰ ਐਕਸ਼ਨ ਟੇਕਰ ਰਿਪੋਰਟ ਦੇ ਵਿੱਚ ਆਖਿਰਕਾਰ ਆਉਂਦਾ ਕੀ ਹੈ, ਕਿੰਨਾ ਲੋਕਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ। ਪਰ ਕਿਤੇ ਨਾ ਕਿਤੇ ਜਾ ਕੇ ਸਾਡੇ ਸੁਰੱਖਿਆ ਤੇ ਸਾਡੇ ਇਸ ਤੰਤਰ ਦੇ ਉੱਪਰ ਸਵਾਲ ਖੜੇ ਹੋ ਰਹੇ ਨੇ ਕਿ ਆਖਿਰਕਾਰ ਵੋਟਾਂ ਨੂੰ ਲੈ ਕੇ ਲੋਕਾਂ ਦੇ ਬਹੁਤ ਵੱਡੇ ਵਿਸ਼ਵਾਸ ਬਣੇ ਹੁੰਦੇ ਨੇ ਸਰਕਾਰਾਂ ਦੇ ਉੱਪਰ, ਚੋਣ ਕਮਿਸ਼ਨ ਦੇ ਉੱਪਰ, ਪਰ ਕਦੇ ਨਾ ਕਦੇ 85 ਵੋਟਾਂ ਇੱਕ ਐਡਰੈਸ ਦੇ ਉੱਪਰ ਬਣ ਜਾਣ ਤਾਂ ਸਵਾਲ ਖੜੇ ਹੋਣੇ ਲਾਜ਼ਮੀ ਨੇ। ਹਾਲਾਂਕਿ ਰਾਜਨੀਤਿਕ ਲੋਕ ਨੇ ਜਿਹੜੇ ਉਹ ਵੀ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ। ਆਮ ਆਦਮੀ ਪਾਰਟੀ ਵੱਲੋਂ ਵੀ ਇਸ ਦੀ ਸ਼ਿਕਾਇਤ ਹੈ ਜਿਹੜੀ ਚੋਣ ਕਮਿਸ਼ਨ ਨੂੰ ਦਿੱਤੀ ਗਈ ਹੈ। ਦੇਖੋ ਸੁਖਬੀਰ ਸਿੰਘ ਬਾਦਲ ਨੇ ਵੀ ਕੱਲ੍ਹ ਜਦੋਂ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਾਂਗਰਸ ਦੇ ਲੋਕ ਨੇ ਜਿਹੜੀ ਆਪਦੀਆਂ ਵੋਟਾਂ ਪਿੰਡਾਂ ਵਾਲੇ ਲੋਕ ਸ਼ਹਿਰਾਂ 'ਚ ਬਣਾ ਰਹੇ ਨੇ, ਇਸ ਤਰ੍ਹਾਂ ਦਾ ਆਰੋਪ ਅਕਾਲੀ ਦਲ ਲਾ ਰਿਹਾ। ਪਰ ਕਿਤੇ ਨਾ ਕਿਤੇ ਜਾ ਕੇ ਆਰੋਪਾਂ ਦੇ ਵਿੱਚ ਘਿਰੇ ਹੋਏ ਆ ਲੋਕਲ ਪ੍ਰਸ਼ਾਸਨ। ਹਾਲਾਂਕਿ DC ਅਣਜਾਣ ਨਜ਼ਰ ਆ ਰਹੇ ਨੇ, ਪਰ ਮੀਡੀਆ ਦੇ ਪ੍ਰਮੁੱਖਤਾ ਦੇ ਖਬਰ ਦਿਖਾਉਣ ਤੋਂ ਬਾਅਦ ਆਖਿਰਕਾਰ DC ਆਪਦੀ ਨੀਂਦ ਤੋਂ ਜਾਗੇ ਨੇ। ਹਾਲਾਂਕਿ ਜ਼ਿਆਦਾਤਰ DC ਸਾਹਿਬ ਫੋਨ ਨਹੀਂ ਉਠਾਉਂਦੇ, ਪਰ ਜਦੋਂ ਫੋਨ ਉਠਾਉਂਦੇ ਨੇ
कह रहे हैं कि ਅਸੀਂ ਕਾਰਵਾਈ ਕਰਾਂਗੇ। ਐਸਡੀਐਮ ਤੋਂ ਰਿਪੋर्ट ਲੈ ਰਹੇ हैं। ਕੱਲ ਸੋਮਵਾਰ ਦਾ ਦਿਨ है और एक्शन टेकन रिपोर्ट ਤੋਂ ਬਾਅਦ आखिरकार किस ਦੇ ਸਿਰ गाज गिजदी है, क्योंकि किते ना किते लापरवाही तो जरूर है। जदों ਅਸੀਂ वोट बनानी ਹੁੰਦੀ है तो काफ़ी चारा लंबा प्रतिक्रम ਹੁੰਦਾ है, प्रोसैस ਹੁੰਦਾ है, उसਦੇ ਵਿੱਚ ਪਤਾ ਹੁੰਦਾ कि किस घर ਦੇ ਵਿੱਚ ਬੰਦਾ ਰਹਿ ਰਿਹਾ, ਉਸਦੀ ਵੈਰੀਫਿਕੇਸ਼ਨ ਹੁੰਦੀ ਹੈ। ਬਕਾਇਦਾ ਵੈਰੀਫਿਕੇਸ਼ਨ ਵਾਸਤੇ ਜਿਹੜੇ ਆਫੀਸਰ ਨੇ ਉਹ ਘਰ ਦੇ ਵਿੱਚ ਵਿਜ਼ਿਟ ਕਰਦੇ ਨੇ ਤੇ ਉਸ ਤੋਂ ਬਾਅਦ ਹੀ ਆਖਰਕਾਰ ਇਹ ਹੁੰਦਾ ਹੈ। ਪਰ ਜਿਹੜੇ ਉੱਥੋਂ ਦੇ ਸਥਾਨਿਕ ਲੋਕ ਨੇ ਉਹ ਦੱਸ ਰਹੇ ਨੇ ਕਿ ਸਿਰਫ ਅੱਜ ਦਾ ਮਾਮਲਾ ਨਹੀਂ ਹੈ, ਇਸ ਪਹਿਲੀ ਲਿਸਟ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੀ ਲਿਸਟਾਂ ਦੇ ਉੱਪਰ ਹੀ ਵੋਟਾਂ ਪਈਆਂ ਸੀ, ਚਾਹੇ ਉਹ ਵਿਧਾਨ ਸਭਾ ਦੀ ਗੱਲ ਹੋਵੇ, ਚਾਹੇ ਜਿਹੜੇ ਲੋਕ ਸਭਾ ਦੇ ਚੁਣਾਵ ਹੋਣ ਜਾਂ ਸਥਾਨਕ ਚੁਣਾਵ ਹੋਣ। ਹੁਣ ਸਥਾਨਕ ਚੁਣਾਵਾਂ ਦੇ ਮੁੱਦਾ ਇਸ ਤਰ੍ਹਾਂ ਗਰਮ ਹੋ ਗਿਆ ਕਿਉਂਕਿ ਮੀਡੀਆ ਨੇ ਖਬਰ ਨੂੰ ਪ੍ਰਮੁੱਖਤਾ ਦੇ ਬਾਅਦ ਚੱਕਿਆ, ਚਾਰੇ ਪਾਸੇ ਸੁਰਖੀਆਂ ਬਣੇ ਆ ਰਹੇ ਅਖਬਾਰਾਂ ਟੈਲੀਵਿਜ਼ਨਾਂ ਦੇ ਵਿੱਚ। ਆਖਿਰਕਾਰ ਉਸ ਤੋਂ ਬਾਅਦ ਪ੍ਰਸ਼ਾਸਨ ਕਾਰਵਾਈ ਦੀ ਗੱਲ ਕਰ ਰਿਹਾ, ਪਰ ਕਿਤੇ ਨਾ ਕਿਤੇ ਜਾ ਕੇ ਆਖਿਰਕਾਰ ਉਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਕਦੋਂ ਹੋਊਗੀ ਜਿਨ੍ਹਾਂ ਲੋਕਾਂ ਨੇ ਪਰਸਨਲ ਬੈਨੀਫਿਟ ਦੇ ਲਈ ਇਸ ਤਰ੍ਹਾਂ ਦੇ ਇਸ ਕੰਮ ਨੂੰ ਅੰਜਾਮ ਦਿੱਤਾ, ਤੇ ਆਖਿਰਕਾਰ ਉਹ ਅਫਸਰ ਕੌਣ ਨੇ ਜਿਨ੍ਹਾਂ ਨੇ ਕਿਸੇ ਦੇ ਇਸ਼ਾਰੇ ਦੇ ਉੱਪਰ ਇੰਨੀਆਂ ਵੋਟਾਂ ਇੱਕ ਘਰ ਦੇ ਉੱਪਰ ਬਣਾਈਆਂ। ਹਾਲਾਂਕਿ ਇਹ ਵੋਟਾਂ ਫੇਕ ਨੇ ਜਾਂ ਓਰੀਜਨਲ, ਇਸ ਤੇ ਅਸੀਂ ਕਮਿਟ ਨਹੀਂ ਕਰ ਰਹੇ ਕਿਉਂਕਿ ਜੰਗ ਦਾ ਵਿਸ਼ਾ ਜਾਂਚ ਡੀਸੀ ਸਾਹਿਬ ਨੇ ਐਸਡੀਐਮ ਦੀ ਡਿਊਟੀ ਲਾਈ ਹੈ ਤੇ ਐਸਡੀਐਮ ਸਾਹਿਬ ਜਾਂਚ ਦੇ ਵਿੱਚ ਆਖਿਰਕਾਰ ਕੀ ਨਿਕਲ ਕੇ ਆਉਂਦਾ ਹੈ ਫਿਲਹਾਲ ਇਹ ਸੋਮਵਾਰ ਤੋਂ ਬਾਅਦ ਪਤਾ ਚੱਲੇਗਾ। ਬਿਲਕੁਲ ਸੂਰਜ, ਤਾਂ ਵੱਡੀ ਲਾਪਰਵਾਹੀ ਤਾਂ ਹੈ ਹੀ ਹੈ, ਪਰ ਜਿਵੇਂ ਤੁਸੀਂ ਦੱਸਿਆ ਕਿ ਪਰਿਵਾਰ ਦੇ ਵਿੱਚ ਸਿਰਫ 4 ਮੈਂਬਰ ਰਹਿੰਦੇ ਨੇ, ਯਾਨੀ ਕਿ ਦੂਰ ਦੂਰ ਤੱਕ ਇਹ ਵੀ ਨਹੀਂ ਕਹਿ ਸਕਦੇ ਕਿ ਪਰਿਵਾਰ ਵੱਡਾ ਸੀ ਜਾਂ ਥੋੜਾ ਜੁਆਇੰਟ ਫੈਮਿਲੀ ਸੀ ਜਿਸ ਕਾਰਨ ਥੋੜਾ ਭੁਲੇਖਾ ਵੀ ਪੈ ਸਕਦਾ, ਯਾਨੀ ਕਿ ਸਿੱਧੇ ਤੌਰ ਤੇ ਵੱਡੀ ਲਾਪਰਵਾਹੀ। ਤਾਂ ਕਿ ਜੋ 85 ਦੀ 85 ਵੋਟਾਂ ਬਣੀਆਂ ਨੇ, ਕਿਸੇ ਬਾਰੇ ਵੀ ਕੁਝ ਪਤਾ ਲੱਗ ਪਾਇਆ ਸੂਰਜ ਕਿ ਕੋਈ ਆਸ-ਪਾਸ ਦੇ ਆਂਢ ਗਵਾਂਢ ਦੇ ਵਿੱਚ ਹੈ ਜਾਂ ਫਿਰ ਅਜੇ ਤੱਕ ਕੁਝ ਪਤਾ ਨਹੀਂ ਹੈ ਕਿ ਆਖਿਰਕਾਰ ਕੌਣ ਲੋਕ ਨੇ ਕਿਹਨਾਂ ਦੇ ਨਾਮ ਤੇ ਇਹ ਆਇਡੈਂਟੀਟੀ ਜਿਹੜੀ ਹੈ ਇਸ਼ੂ ਹੋਈ ਹੈ? देखो ਅਸੀਂ ਉਹਨਾਂ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਇਸ ਲਿਸਟ ਦੇ ਵਿੱਚ ਸ਼ਾਮਲ ਸੀ। ਹਾਲਾਂਕਿ ਉਹ ਲੋਕ ਆਸ ਪੜੋਸ ਦੇ ਵਿੱਚ ਰਹਿੰਦੇ ਨੇ, ਕੁਝ ਘਰ ਤੋਂ ਦੂਰ ਵੀ ਨੇ। ਉਹਨਾਂ ਨੇ ਵੀ ਇਹ ਗਿਲਾ ਜ਼ਾਹਰ ਕੀਤਾ ਕਿ ਅਸੀਂ ਇਸ ਤੋਂ ਪਹਿਲੀ ਵਾਰ ਵੀ ਇਸ ਵੋਟਰ ਲਿਸਟ ਨੂੰ ਲੈ ਕੇ ਸਵਾਲ ਖੜੇ ਕੀਤੇ ਸੀ ਜਿਸ ਦੀ ਲਿਖਤੀ ਸ਼ਿਕਾਇਤ ਪ੍ਰਸ਼ਾਸਨ ਨੂੰ ਦਿੱਤੀ ਸੀ, ਪਰ ਫਿਲਹਾਲ ਉਹ ਕਹਿ ਰਹੇ ਕਿ ਸਾਲ 2 ਸਾਲ ਹੋ ਗਏ ਇਸ ਚੀਜ਼ ਨੂੰ ਗੁਜ਼ਰਿਆ ਹੋਇਆ ਵੀ ਇਹ ਲਿਸਟ ਦੀ ਦਰੁਸਤੀ ਨਹੀਂ ਕੀਤੀ। ਉਹਨਾਂ ਦੇ ਆਧਾਰ ਕਾਰਡ ਤੋਂ ਲੈ ਕੇ ਹਰੇਕ ਡਾਕੂਮੈਂਟਸ ਦੇ ਉੱਪਰ ਇਹੀ ਮਕਾਨ ਦਾ ਨੰਬਰ ਦਰਜ ਹੈ, ਉਹ ਵੀ ਕਿਤੇ ਨਾ ਕਿਤੇ ਜਾ ਕੇ ਪਰੇਸ਼ਾਨ ਨੇ। ਕਹਿ ਰਹੇ ਨੇ ਕਿ ਸਾਡੇ ਘਰ ਦਾ ਸਥਾਈ ਨੰਬਰ ਕਿਉਂ ਨਹੀਂ ਮਿਲਦਾ, ਸਾਡੇ ਘਰ ਦਾ ਵੱਖਰਾ ਰਜਿਸਟ੍ਰੇਸ਼ਨ ਨੰਬਰ ਕਿਉਂ ਨਹੀਂ ਹੁੰਦਾ, ਕਿਉਂਕਿ ਉਹਨਾਂ ਨੂੰ ਲੈ ਕੇ ਕਾਫੀ ਸਾਰੇ ਲੋਕ ਇਕੱਠੇ ਵੀ ਹੋਏ ਸੀ, ਉਹਨਾਂ ਦੇ ਨਾਲ ਗੱਲਬਾਤ ਵੀ ਅਸੀਂ ਕੀਤੀ ਸੀ ਤੇ ਉਹਨਾਂ ਦਾ ਦਰਦ ਵੀ ਅਸੀਂ ਸੁਣਾਇਆ ਸੀ ਕਿ ਆਖਿਰਕਾਰ ਉਹ ਲੋਕ ਚਾਹੁੰਦੇ ਨੇ ਅਸੀਂ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਇਸ ਦੀ ਦਰੁਸਤੀ ਨਹੀਂ ਕੀਤੀ। ਹਾਲਾਂਕਿ ਮੀਡੀਆ ਦੇ ਵਿੱਚ ਖਬਰ ਸੁਰਖੀਆਂ ਬਣਨ ਤੋਂ ਬਾਅਦ ਆਖਿਰਕਾਰ ਦੇਖਦੇ ਕਿ ਸੁੱਤਾ ਹੈ ਪ੍ਰਸ਼ਾਸਨ ਜਾਗਦਾ ਹੈ ਕਿ ਪਿਛਲੀ ਵਾਰ ਦੇ ਮੁਕਾਬਲੇ ਇਸੇ ਤਰ੍ਹਾਂ ਹੀ ਬਿਆਨਬਾਜ਼ੀਆਂ ਕਰਕੇ ਪ੍ਰਸ਼ਾਸਨ ਇਸ ਤੋਂ ਪੱਲਾ ਝਾੜ ਲਵੇਗਾ। ਅੰਮ੍ਰਿਤ ਬਿਲਕੁਲ ਸੂਰਜ, ਦਾ ਜਾਂਚ ਦਾ ਵਿਸ਼ਾ ਹੈ ਤੇ ਕਿਸ ਦੇ ਵੱਲੋਂ ਇਹ ਕੁਤਾਹੀ ਕੀਤੀ ਗਈ ਹੈ ਇਹ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਸ਼ੁਕਰੀਆ ਫਿਲਹਾਲ ਇਸ तमाम ਜਾਣਕਾਰੀ ਦੇ ਲਈ। ਤਾਂ ਵੱਡੀ ਲਾਪਰਵਾਹੀ ਬਠਿੰਡਾ ਦੇ ਵਿੱਚ ਸਾਹਮਣੇ ਆਈ ਹੈ ਚੋਣ ਕਮਿਸ਼ਨ ਦੀ। ਇੱਥੇ ਇੱਕ ਹੀ ਪਤੇ ਤੇ 85 ਲੋਕਾਂ ਦੀ ਵੋਟ ਬਣਾ ਦਿੱਤੀ ਗਈ ਹੈ, ਜਦਕਿ ਜਿਸ ਪਤੇ ਤੇ ਵੋਟ ਬਣਾਈ ਗਈ ਹੈ ਉਸ ਪਰਿਵਾਰ ਦੇ ਵਿੱਚ ਸਿਰਫ 4 ਹੀ ਮੈਂਬਰ ਰਹਿੰਦੇ ਨੇ। ਬਿਲਕੁਲ ਬਹੁਤ ਵੱਡੀ ਧਾਂਦਲੀ ਹੈ ਜੀ। ਦੇਖੋ ਇਹ ਤਾਂ ਸਾਡੀ ਜਿਹੜੀ ਨੌਲੇਜ ਦੇ ਵਿੱਚ ਆ ਗਈ ਗੱਲ, ਸਾਨੂੰ ਪਤਾ ਲੱਗ ਗਿਆ ਜਿਹੜਾ 22856 ਨੰਬਰ ਮਕਾਨ ਨੰਬਰ ਆ ਪ੍ਰੀਤ ਨਗਰ ਦੇ ਵਿੱਚ ਜਿਹੜਾ ਵਾਰਡ ਨੰਬਰ 10 ਹੈ। ਔਰ ਮੈਂ ਇਹ ਗੱਲ ਸਾਫ਼ ਕਰ ਦੇਣੀ ਚਾਹੁੰਦਾ ਕਿ ਪਹਿਲਾਂ ਵੀ ਉੱਥੋਂ ਜਿਹੜਾ ਐਮਸੀ ਰਾਜੂ ਸਰਾ ਅਕਾਲੀ ਦਲ ਵੱਲੋਂ ਲਿਆ ਸੀਗਾ, ਇਸ ਵਾਰ ਜੋ ਰਾਜੂ ਐਮਸੀ ਜਿਹੜਾ ਹੈਗਾ ਉਹ ਕਾਂਗਰਸ ਵੱਲੋਂ ਕੈਂਡੀਡੇਟ ਆ ਉੱਥੇ। ਔਰ ਜੇ ਮੈਂ ਇਸ ਗੱਲ ਨੂੰ ਦੇਖਾ ਤਾਂ ਸਭ ਤੋਂ ਵੱਡੀਆਂ ਜਿਹੜੀਆਂ ਧਾਂਦਲੀਆਂ ਉਹ ਵਾਰਡ ਨੰਬਰ 10 ਦੇ ਵਿੱਚ ਪਹਿਲਾਂ ਵੀ ਸਾਹਮਣੇ ਆਈਆਂ ਔਰ ਹੁਣ ਫੇਰ ਆ ਰਹੀਆਂ। ਵਾਰਡ ਨੰਬਰ 10 ਹੀ ਨਹੀਂ, ਜੇ ਆਪਾਂ ਗੱਲ ਕਰੀਏ ਓਵਰਆਲ ਬਠਿੰਡਾ ਦੀ ਤਾਂ ਇੱਥੇ ਜਿਹੜੇ 50 ਵਾਰਡ ਹੈ, ਜੇਕਰ ਇਹਦੀ ਪ੍ਰੋਪਰ ਤੌਰ ਤੇ ਕੋਈ ਇਹਦੀ ਇਨਕੁਆਇਰੀ ਕੀਤੀ ਜਾਵੇ, ਕੋਈ ਸੈੱਟ ਬੈਠ ਕੇ ਦੇਖੋ। ਇਲੈਕਸ਼ਨ ਕਮਿਸ਼ਨ ਨੇ ਜੋ ਡੇਟ ਅਨਾਉਂਸ ਕਰਤੀ ਹੈ ਇਲੈਕਸ਼ਨ ਦੀ, ਔਰ ਉਸ ਤਰ੍ਹਾਂ ਨਾਲ ਅਸੀਂ ਇਲੈਕਸ਼ਨ ਲੜਦੇ ਆਮ ਆਦਮੀ ਪਾਰਟੀ ਬਿਲਕੁਲ ਤੌਰ ਪਰ ਤਿਆਰ ਆ। ਪਰ ਜਿਹੜਾ ਅਸੀਂ ਪਹਿਲਾਂ ਵੀ ਰੌਲਾ ਪਾਉਂਦੇ ਰਹੇ ਹਾਂ ਕਿ ਬਹੁਤ ਵੱਡੀਆਂ ਧਾਂਦਲੀਆਂ, ਦੇਖੋ ਇੱਕ ਮਕਾਨ ਦੇ ਵਿੱਚ 58 ਵੋਟਾਂ ਬਣਾ ਦੇਣੀਆਂ ਔਰ ਉਹਨੂੰ ਪਹਿਲਾਂ ਨੰਬਰ ਉੱਦਾਂ ਲਾ ਦੇਣਾ, ਬਾਅਦ ਵਟਿਆਂ ਵਿੱਚ ਕਰਕੇ 1 2 3 4 ਕਰਕੇ 58 ਵੋਟਾਂ ਦੇ ਬਣੇ, ਜਦੋਂ ਕਿ ਉਸ ਮਕਾਨ ਦੇ ਵਿੱਚ ਸਿਰਫ 4 ਮੈਂਬਰ ਰਹਿੰਦੇ ਆ ਔਰ ਬੜਾ ਛੋਟਾ ਜਿਹਾ ਮਕਾਨ ਆ ਉਹ, ਔਰ 58 ਵੋਟਾਂ ਉੱਥੇ ਬਣੀਆਂ ਹੋਈਆਂ। ਇਹ ਤਾਂ ਸਾਡੀ ਗੱਲ ਨੌਲੇਜ 'ਚ ਆ ਗਈ ਜਾਂ ਇਲੈਕਸ਼ਨ ਜਿਹੜਾ ਸਾਡੇ ਕਮਿਸ਼ਨ ਦੇ ਆਫੀਸਰ ਉਹਨਾਂ ਨੌਲੇਜ 'ਚ ਆ ਗਈ। ਪਰ ਇਸ ਤੋਂ ਹਟ ਕੇ ਵੀ ਜੇਕਰ ਅਸੀਂ ਸਾਰੇ ਵਾਰਡ ਦਾ ਕਿਤੇ ਇਨਕੁਆਇਰੀ ਕਰਵਾਈਏ ਨਾ, ਤਾਂ ਮੇਰਾ ਖਿਆਲ ਇੱਥੇ ਹਜ਼ਾਰਾਂ ਵੋਟਾਂ ਜਿਹੜੇ ਕਿ ਲੋਕ ਇੱਥੇ ਰਹਿੰਦੇ ਨਹੀਂ, ਜਿਹੜੇ ਲੋਕ ਜਾਂ ਵਿਚਾਰੇ ਮਰ ਚੁੱਕੇ ਆ ਜਾਂ ਜਿਹੜੇ ਲੋਕਾਂ ਦੀ ਕੋਈ ਇੱਥੇ ਰਿਹਾਇਸ਼ ਹੀ ਹੈ ਨਹੀਂ ਸੀਗੀ, ਉਹਨਾਂ ਦਾ